ਬੱਕਰੀ ਫਾਰਮਿੰਗ ਦੇ ਵਿੱਚ ਇੱਕ ਸਭ ਤੋਂ ਵੱਡੀ ਗਲਤੀ ਜਿਹਦੀ ਵਜ੍ਹਾ ਤੋਂ ਫਾਰਮ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਏ, ਮੈਂ ਵੀ ਵੀਰੋ ਗਲਤੀ ਕੀਤੀ ਔਰ ਉਸ ਗਲਤੀ ਤੋਂ ਸਬਕ ਹਾਸਲ ਕੀਤਾ। ਉਹੀ ਅੱਜ ਤੁਹਾਨੂੰ ਖਿਦਮਤ 'ਚ ਤੁਹਾਡੀ ਹਾਜ਼ਰ ਕਰਨਾ ਹਾਜ਼ਰ ਹੋਏ ਆ, ਤਾਂ ਕਿ ਸਾਰੇ ਭਰਾ ਉਹ ਗਲਤੀ ਜਿਹੜੇ ਨਵੇਂ ਨਵੇਂ ਭਰਾ ਨੇ ਨਾ ਕਰਨ ਔਰ ਇਸ ਗਲਤੀ ਤੋਂ ਬਚ ਸਕਣ ਔਰ ਉਹ ਨੁਕਸਾਨ ਤੋਂ ਬਚ ਸਕਣ। ਬਿਸਮਿल्लाहिर्रहमानिर्रहीम। अस्सलाम वालेकुम वीरो, की हाल है? ठीक ठाक हो वीरो? अज की वीडियो बेसिकली सब तो ज़्यादा जरूरी जी नवे फार्मर भरा जो नवे नवे शौक करते हैं, बकरी फार्मिंग करना चाहते हैं, बकरी का फार्म बनाना चाहते हैं, बेसिकली उन्होंने वास्ते वीडियो है। ठीक है, ये कोई दो गलती ऐसी जी बुनियादी गलती है जिसकी वजह तो फार्म शुरू होने तो पहला खत्म हो जाता है। वो किस गलती की वजह तो होंगे है, असा भी वो गलती की, लेकिन एक कहते हैं कि इंसान गलतियां तो ही सीखता है। जो जो इंसान गलतियां करता है फिर उन्होंने गलतियां सुधारता है, मजीद बेहतर करने की कोशिश करता है। असा भी इंजी गलतियां की, गलतियां तो तजर्बे हासिल किए, तजर्बे हासिल करने तो बाद उन्होंने तो ही सीखिया। और हुण साडी कोशिश यही होंदी है कि असीं अपने नवें भरावां नूं ताकि जिहड़ियां असां कीतियां गलतियां ना करन, उहदे वास्ते पहलां ही टाइम तो टाइम अगाह करते जाइए, ताकि ਜਿਹੜੇ ਅਸੀਂ ਨੁਕਸਾਨਾਤ ਉਠਾਏ ਨੇ ਸਾਡੇ ਭਰਾ ਉਹ ਨਾ ਉਠਾਉਣ। ਠੀਕ ਹੈ, ਵੇਖੋ ਵੀਰੋ, ਬੱਕਰੀ ਫਾਰਮਿੰਗ ਦੇ ਵਿੱਚ ਜਿਹੜਾ ਨਾ ਸਭ ਤੋਂ ਪਹਿਲੇ ਨੰਬਰ ਤੇ ਕਿ ਪਹਿਲੇ 3 ਸਾਲ ਜਿਹੜੇ ਨੇ ਨਾ ਬੱਕਰੀ ਫਾਰਮਿੰਗ ਦੇ ਬੜੇ ਅਹਿਮ ਹੁੰਦੇ ਨੇ। ਬੱਕਰੀ ਫਾਰਮਿੰਗ ਦੇ ਵਿੱਚ ਪਹਿਲੇ 3 ਸਾਲਾਂ ਦੇ ਵਿੱਚ ਤੁਸੀਂ ਕਿਸੇ ਕਿਸਮ ਦੀ ਕੋਈ ਪ੍ਰੋਫਿਟ, ਕੋਈ ਨਫੇ ਨੁਕਸਾਨ ਨੂੰ ਮੱਦੇਨਜ਼ਰ ਨਹੀਂ ਰੱਖ ਸਕਦੇ। ਸਿਰਫ ਤੁਸੀਂ ਸਿਰ ਢਾਹ ਕੇ ਜਨਾਬ ਫਾਰਮਿੰਗ ਕਰਨੀ ਹੈ, ਬੱਕਰੀਆਂ ਜਿਹੜੀਆਂ ਰੱਖੀਆਂ ਉਹਨਾਂ ਦੀ ਦੇਖਭਾਲ ਕਰਨੀ। ਤੁਸੀਂ ਇਹ ਨਹੀਂ ਸੋਚਣਾ ਇਹਦੇ ਵਿੱਚ ਮੈਨੂੰ ਇਹ ਮੁਨਾਫਾ ਹੋ ਰਿਹਾ, ਨੁਕਸਾਨ ਹੋ ਰਿਹਾ। ਪਹਿਲੇ 3 ਸਾਲ ਤੁਹਾਨੂੰ ਇਹ ਪੀ ਘਟਣੀ ਪੈਣੀ। ਔਰ ਜਿਹੜਾ ਬੰਦਾ ਪਹਿਲੇ 3 ਸਾਲ ਜਰ ਜਾਂਦਾ ਹੈ, 3 ਸਾਲ ਬਾਅਦ ਤੁਹਾਡੀ ਸੋਚ ਤੋਂ ਜ਼ਿਆਦਾ ਫਿਰ ਉਹਦੇ 'ਚ ਪ੍ਰੋਫਿਟ ਆਉਣਾ ਤੁਹਾਨੂੰ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਹੁਣ ਬੇਸਿਕਲੀ ਤੁਰ ਚੱਲਦੇ ਆਪਣੀ ਅੱਜ ਦੀ ਵੀਡੀਓ ਆਪਣੇ ਮੌਜੂ ਦੀ ਤਰਫ, ਕਿ ਉਸ ਮੌਜੂ ਨੂੰ ਮੈਂ ਤੁਹਾਨੂੰ ਇੱਕ ਪ੍ਰੋਪਰ ਤਰਤੀਬ ਨਾਲ ਸਮਝਾਉਣਾ ਵਾ, ਤਾਂ ਕਿ ਸਾਰੇ ਭਰਾਵਾਂ ਨੂੰ ਸਮਝ ਵੀ ਆਈਏ ਉਹ ਚੀਜ਼ ਕਿ ਮੈਂ ਕਿਹੜੀ ਗਲਤੀ ਕੀਤੀ, ਜਿਹਦਾ ਮੈਨੂੰ ਕੀ ਨੁਕਸਾਨ ਹੋਇਆ, ਡਿਟੇਲ ਨਾਲ ਤੁਹਾਨੂੰ ਦੱਸਣੇ ਆ। ਠੀਕ ਹੈ, ਔਰ ਉਹਦਾ ਮੈਨੂੰ ਕੀ ਨੁਕਸਾਨ ਹੋਇਆ, ਉਹਦੇ ਤੋਂ ਮੈਂ ਕੀ ਸਿੱਖਿਆ, ਸਾਰੀ ਡਿਟੇਲ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦਿੰਦੇ ਆ। ਵੀਡੀਓ ਨੂੰ ਐਂਡ ਤੱਕ ਵੇਖਣਾ ਹੈ, ਔਰ ਅਗਰ ਅੱਛੀ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ, ਔਰ ਵੀਡੀਓ ਦੂਸਰੇ ਭਰਾਵਾਂ ਤੱਕ ਵੀ ਸ਼ੇਅਰ ਕਰੋ, ਤਾਂ ਕਿ ਦੂਸਰੇ ਭਰਾਵਾਂ ਦੇ ਨੌਲੇਜ 'ਚ ਵੀ ਇਜ਼ਾਫਾ ਹੋ ਸਕੇ। ਵੀਡੀਓ ਇੱਥੋਂ ਸ਼ੁਰੂ ਹੋਣੀ ਹੈ ਵੀਰੋ ਕਿ ਮੇਰੇ ਕੋਲ ਬੱਕਰੀ ਸੀ ਇੱਕ। ਬੇਸਿਕਲੀ ਮੈਂ ਤਾਰੀਫਾਂ ਦੇ ਫੁੱਲ ਨਹੀਂ ਬੰਨਾਂਗਾ ਕਿ ਬੜੀ ਆਲਾ ਪਾਏ ਬਰੀਡ ਆਲਾ ਨਸਲ ਨਹੀਂ, ਦੋਗਲੀ ਜੀ ਆਮ ਸਾਦੀ ਜੀ ਬੱਕਰੀ ਸੀ। ਲੇਕਿਨ ਮੇਰੀ ਨਜ਼ਰ ਦੇ ਵਿੱਚ ਉਹਦੇ ਜਾਣ ਤੋਂ ਬਾਅਦ ਮੈਨੂੰ ਉਹਦੀ ਅਸਲ ਕੀਮਤ ਮਹਿਸੂਸ ਹੋਈ, ਜਦੋਂ ਉਹਦੀ ਕਮੀ ਮਹਿਸੂਸ ਹੋਈ ਕਿ ਉਹਦੀ ਕੀ ਕੀਮਤ ਸੀ। ਮੇਰੇ ਕੋਲ ਬੇਸਿਕਲੀ ਦੋਗਲੀ ਜੀ ਬੱਕਰੀ ਸੀ। ਉਹਦੇ ਤੋਂ ਜਨਾਬ ਮੈਂ ਉਸ ਬੱਕਰੀ ਤੋਂ ਤੁਸੀਂ ਯਕੀਨ ਨਹੀਂ ਕਰਨਾ ਕਿ ਇੰਨਾ ਕੁ ਮੁਤਮਿਨ ਸਾਂ ਕਿ ਦੱਸਣ ਲੱਗ ਕੇ ਸਰ ਗਲਤੀ ਕੀ ਹੋਈ ਮੇਰੇ ਕੋਲ। ਉਹ ਬੱਕਰੀ ਮਾਸ਼ਾਅੱਲਾ ਮੇਰੇ ਕੋਲ ਜਦੋਂ ਪਹਿਲੀ ਦਫਾ ਆਈ, ਮੇਰੇ ਕੋਲ ਉਹਨੇ ਪਹਿਲੇ ਸੂਏ 3,000 ਦਿੱਤੇ। ਅੱਗੋਂ ਮਜ਼ੀਦ ਉਹਨੇ ਸਭ ਤੋਂ ਵੱਡੀ ਖੂਬੀ ਉਹਦੀ ਇਹ ਸੀ ਕਿ ਉਹਨੇ ਸਾਲ ਦੇ ਵਿੱਚ 2 ਸੂਏ ਮਸਟ ਸੂਣਾ, 14 ਮਹੀਨੇ ਨਹੀਂ 12 ਮਾਹ ਦੇ 2 ਸੂਏ ਉਹਦੇ ਹੁੰਦੇ ਹਨ, 12 ਮਹੀਨੇ 2 ਸੂਏ ਉਹਨੇ ਸੂਣਾ। ਹਰ ਸੂਏ ਉਹਨੇ 3 4 ਇਵਨ 5 4 5 4 5 ਜ਼ਿਆਦੇ ਨੇ ਹੁੰਦੇ, ਔਰ ਤਕਰੀਬਨ 6 7 ਗਾਲਬਨ ਮੈਨੂੰ ਸਹੀ ਯਾਦ ਵੀ ਨਹੀਂ, ਇੰਨੇ ਸੂਏ ਮੇਰੇ ਕੋਲ ਬੱਕਰੀ ਸੂਈ। ਠੀਕ ਹੈ, ਹੁਣ ਤੁਸੀਂ ਖੁਦ ਐਸਟੀਮੇਟ ਲਾਓ ਕਿ ਉਸ ਅਗਰ ਨਜ਼ਰੀਏ ਨਾਲ ਚੱਲੀਏ ਤੇ ਇੱਕ ਬੱਕਰੀ ਹੀ 6 7 ਸੂਏ 7 8 ਸੂਏ ਸੂ ਕੇ ਤਕਰੀਬਨ ਉਹ ਅਗਰ 3 ਦੀ ਔਸਤ ਵੀ ਕੱਢੀਏ ਤੇ 20 ਤੋਂ 25 ਨਗ ਬਣ ਜਾਂਦੇ ਨੇ। ਲੇਕਿਨ ਇਦੋਂ ਜ਼ਿਆਦਾ ਹੀ ਸਨ, ਘੱਟ ਨਹੀਂ ਸਨ ਜਿਹੜੇ ਉਹ ਦਿੱਤੇ ਉਹਨੇ ਮੈਨੂੰ। ਲੇਕਿਨ ਮੇਰੀ ਉਦੋਂ ਮੱਤ ਵੱਜੀ ਸੀ। ਮੇਰੇ ਕੋਲ ਗਲਤੀ ਕੀ ਹੋਈ, ਇਹੀ ਗਲਤੀ ਜਿਹੜੀ ਦੱਸਣ ਨਾਲ ਅਕਸਰ ਸਾਰੇ ਭਰਾ ਕਰਦੇ ਰਹਿੰਦੇ ਨੇ। ਗਲਤੀ ਕੀ ਹੋਈ ਕਿ ਮੈਂ ਨਾਲੋਂ ਨਾਲ ਉਹਨਾਂ ਨੂੰ ਜਾਵਾਂ ਨੂੰ ਸੇਲ ਕਰਦਾ ਗਿਆ। ਜਦੋਂ ਉਹਨੇ ਅੱਗੂ ਸੂਣਾ ਮੈਂ ਪਿਛਲੇ ਜਾ ਸੇਲ ਕਰ ਛੱਡਣਾ, ਅੱਗੂ ਜਦੋਂ ਸੂਣਾ ਪਿਛਲੇ ਜਾ ਸੇਲ ਕਰ ਛੱਡਣਾ। ਉਹੋ ਹੀ ਆ, ਉਸੇ ਨਸਲ ਦੀ ਅਫਜ਼ਾਇਸ਼ ਹੈ। ਵਿੱਚ ਤੁਹਾਨੂੰ ਅੱਗੂ ਵੀਡੀਓ 'ਚ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ। ਠੀਕ ਹੈ, ਸਾਰੀਆਂ ਇਹ ਉਹੋ ਹੀ ਨਸਲ ਹੈ, ਸਾਰੀ ਉਹੋ ਹੀ ਬਰੀਡ ਸੀ ਜਿਹੜੀ ਮੈਂ ਸੇਲ ਕਰਦਾ ਰਿਹਾ। ਉਦੋਂ ਤਾਂ ਮੈਂ ਬੜਾ ਰਾਜ਼ੀ ਸਾਂ, ਮੈਨੂੰ ਜਨਾਬ ਬੜਾ ਮੁਨਾਫਾ ਹੋ ਰਿਹਾ, ਬੜੀ ਪ੍ਰੋਫਿਟ ਹੋ ਰਹੀ ਹੈ, ਬੜਾ ਖੁਸ਼ ਸਾਂ ਮੈਂ। ਖੈਰ ਦਿਨ ਗੁਜ਼ਰਦਾ ਗਿਆ, ਇੱਕ ਟਾਈਮ ਆਇਆ ਕਿ ਬੱਕਰੀ ਦਾ ਆਇਆ ਹੋ ਗਈ, ਬੱਕਰੀ ਮਰ ਗਈ। ਜਿਸ ਟਾਈਮ ਉਹ ਬੱਕਰੀ ਮਰੀ ਉਸ ਤੋਂ ਅਗਲੇ ਦਿਨ ਮੇਰੇ ਦਿਮਾਗ 'ਚ ਪਾਣੀ ਪਿਆ ਕਿ ਉਹ ਮੈਂ ਕਿੱਡੀ ਵੱਡੀ ਗਲਤੀ ਕਰ ਗਿਆ ਕਿ ਅਗਰ ਇੱਕ ਉਸ ਬੱਕਰੀ ਦੇ ਮੈਂ ਉਹ ਜਰ ਜਾਂਦਾ 3 ਸਾਲ 2-3 ਸਾਲ ਜਰ ਜਾਂਦਾ ਤੇ ਅੱਜ ਉਸੇ ਇੱਕ ਬੱਕਰੀ ਦੇ ਉੱਤੋਂ ਮੇਰਾ ਪੂਰਾ ਫਾਰਮ ਖੜਾ ਹੋ ਗਿਆ ਹੋਣਾ, 25 ਤੋਂ 30 ਜਾਨਵਰ ਬਣ ਗਏ ਹੋਣੇ ਸਨ ਮੇਰੇ ਕੋਲ। ਲੇਕਿਨ ਮੈਂ ਕਾਹਲੀ ਕਰ ਗਿਆ, ਮੈਂ ਉਹਨਾਂ ਨੂੰ ਨਾਲੋਂ ਨਾਲ ਸੇਲ ਕਰਦਾ ਗਿਆ। ਜਦੋਂ ਬੱਕਰੀ ਨੇ ਸੂਣਾ 6 ਮਾਹ ਦੇ ਹੋਣੇ ਮੈਂ ਅੱਗੋਂ ਸੇਲ ਕਰ ਛੱਡਣੇ। ਐਂਡ ਨੁਕਸਾਨ ਕੀ ਹੋਇਆ ਕਿ ਬੱਕਰੀ ਵੀ ਹੱਥੋਂ ਚਲੀ ਗਈ, ਬੱਕਰੀ ਵੀ ਨਹੀਂ ਰਹੀ। ਉਹਦਾ ਸਿਰਫ ਇੱਕ ਪੱਠ ਮੇਰੇ ਕੋਲ ਬਚੀ ਸੀ ਉਸ ਬੱਕਰੀ ਦੀ, ਉਹ ਵੀ ਮੈਂ ਅੱਗੋਂ ਚੱਲ ਕੇ ਤੁਹਾਨੂੰ ਵੀਡੀਓ 'ਚ ਵਿਖਾਉਣਾ। ਫਿਰ ਮਜਬੂਰਨ ਉਹ ਪੱਠ ਨੂੰ ਰੱਖਿਆ, ਉਹਨੂੰ ਪਾਲਿਆ। ਬੜੇ ਮਕਸਦ ਹੈ ਕਿ ਜਦੋਂ ਫਿਰ ਬੰਦੇ ਨੂੰ ਜਰਨਾ ਵੀ ਪੈਂਦਾ, ਜਦੋਂ ਸ਼ੌਕ ਕਰਨਾ ਪਏ ਨਾ, ਗਲਤੀ ਤਾਂ ਕਰ ਲਈ
ਉਹਨੂੰ ਸੁਧਾਰਨਾ ਕਿ ਨਹੀਂ ਸੁਧਾਰਿਆ, ਇੰਝ ਹੀ ਕੋ ਪੱਠ ਨੂੰ ਰੱਖਿਆ, ਉਹਨੂੰ ਪਾਲਿਆ, ਮਾਸ਼ਾਅੱਲਾ ਹੁਣ ਸੂਈ ਵੀ ਇਹ ਪੱਠ, ਕੈਮਰੇ 'ਚ ਤੁਹਾਨੂੰ ਨਜ਼ਰ ਵੀ ਆ ਰਹੀ ਹੋਏਗੀ। ਇਹ ਪੱਠ ਵੀਰੋ ਬਚੀ ਸੀ ਬੱਕਰੀ ਦੀ, ਮਗਰ ਉਦੋਂ ਇਹ ਪੱਠ ਜਦੋਂ ਲਾਸਟ ਟਾਈਮ ਉਹ ਬੱਕਰੀ ਸੂਈ ਹੈ ਨਾ, ਇਹ ਪੱਠ ਕੁਛ ਦਿਨਾਂ ਦੀ ਕਹਿ ਲਓ 1-2 ਮਾਹ ਦੀ ਦੁੱਧ ਪੀਂਦੀ ਸੀ ਤੇ ਬੱਕਰੀ ਮਰ ਗਈ। ਫਿਰ ਇਹਨੂੰ ਜਨਾਬ ਫੀਡਰ ਨਾਲ ਕਿਸੇ ਤਰੀਕੇ ਕਾਰ ਨਾਲ ਬੜੇ ਪਾਲਿਆ। ਬੱਕਰੀ ਦੀ ਮਾਂ ਜਿਹੜੀ ਸੀ ਵੱਡੀ, ਉਹ ਤਾਂ ਵਾਈਟ ਕਲਰ ਦੀ ਸੀ, ਲੇਕਿਨ ਇਹਦੇ 'ਚ ਇਹ ਕਾਲੀ ਆ ਗਈ ਉਹ ਪੱਠ। ਮੈਂ ਇਹੀ ਸੋਚ ਕੇ ਰੱਖ ਲਈ, ਮੈਂ ਕਿਹਾ ਚਲੋ ਯਾਰ ਅੱਗੂ ਦੇਖਨੇ ਆ ਬਲੱਡ ਲਾਈਨ ਤੇ ਬਲੱਡ ਤੇ ਇਹਦੇ 'ਚ ਵੀ ਇਹਦੀ ਮਾਂ ਲਾਈ, ਵੇਖਾਂਗੇ ਉਹ ਕੀ ਬਣਦਾ। ਤੇ ਕੁਝ ਪਛਤਾਵਾ ਵੀ ਸੀ, ਉਹ ਪਛਤਾਵੇ ਦੇ ਨਾਲ ਹੀ ਇਹਨੂੰ ਪਾਲਿਆ। ਕਾਫੀ ਝੋਕ ਟੁੱਟ ਹੋ ਗਈ, ਇਹਨੇ ਸਾਲ 1.5 ਸਾਲ ਦੀ ਹੋ ਗਿਆ ਬਣੀ, ਫੇਰ ਸੂਈ। ਹੁਣ ਇਹਦੀ ਮਗਰ ਵੀ ਮਾਸ਼ਾਅੱਲਾ ਇੱਕ ਲੈ ਲਈ, ਲੇਕਿਨ ਅਜੇ ਵੀ ਇਹਦੇ ਵਿੱਚ ਉਹ ਰੰਗ ਰੂਪ ਨਹੀਂ ਆਇਆ, ਮਾਂ ਵਾਲੇ ਵਸਬ ਨਹੀਂ ਆਏ। ਠੀਕ ਹੈ, ਤੇ ਅੱਗੋਂ ਚੱਲ ਕੇ ਪਤਾ ਨਹੀਂ ਹੁਣ ਦੁਬਾਰਾ ਜੋ ਇਹਦੇ ਰੰਗ ਰੂਪ ਇਹਦੀ ਮਾਂ ਦੇ ਹਨ, ਉਹ ਵਸਬ ਇਹਦੇ ਚ ਆਉਂਦੇ ਨੇ ਨਹੀਂ ਆਉਂਦੇ। ਲੇਕਿਨ ਇੱਕ ਰਿਸਕ ਲਿਆ, ਇੱਕ ਸੋਚ ਲਈ ਕਿ ਸ਼ਾਇਦ ਯਾਰ ਇਹ ਵੀ ਉਂਝ ਤੁਰ ਜੇ। ਔਰ ਅੱਗੋਂ ਚੱਲ ਕੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਅਗਲੇ ਸੂਬਿਆਂ ਦੇ ਵਿੱਚ 2-4 ਸੂਬੇ ਤੱਕ, ਅਗਰ ਤੇ ਐਨੇ ਕੋਈ ਉਹ ਉਂਝ ਦੀ ਰੁੱਤ ਦੇਹੜੀ 3-3 4-4 ਜਾ ਦੇਣ ਲੱਗ ਪਈ, ਔਰ ਆਉਣ ਵਾਲੇ 2 ਸਾਲ ਤੱਕ ਤੁਹਾਨੂੰ ਫਿਰ ਮਜ਼ੇਦਾਰ ਵਿਖਾਵਾਂਗੇ, ਸ਼ੌਕ ਕਰਾਵਾਂਗੇ, ਤੁਹਾਨੂੰ ਦੱਸਾਂਗੇ ਕਿ ਆ ਕਿ ਨਸਲ ਕੀ ਚੀਜ਼ ਦੀ ਪ੍ਰੈਕਟੀਕਲੀ ਤੌਰ ਤੇ ਕਰਕੇ। ਇਹ ਸਾਰੀ ਗੱਲਬਾਤ ਕਰਨ ਦਾ ਇੱਕ ਮੇਨ ਮੁੱਦਾ ਬੁਨਿਆਦ ਜਿਹੜੀ ਹੁਣ ਉਹ ਤੁਹਾਨੂੰ ਦੱਸਨੇ ਆ ਕਿ ਬੜੇ ਸਾਰੇ ਭਰਾ ਗਲਤੀ ਕਰ ਜਾਂਦੇ ਨੇ। ਸਮਝਿਆ ਕੀਤੀ ਸੀ ਕਿ ਬੱਕਰੀ ਫਾਰਮਿੰਗ ਜਦੋਂ ਤੁਸੀਂ ਬੱਕਰੀਆਂ ਸ਼ੁਰੂ ਕਰਦੇ ਹੋ ਪਹਿਲੇ 2-3 ਸਾਲ ਕਦੇ ਵੀ ਇਹ ਸੋਚਣਾ ਛੱਡ ਜਾਓ ਮੈਨੂੰ ਇਹਦੇ 'ਚ ਪ੍ਰੋਫਿਟ ਹੋ ਰਹੀ ਹੈ ਨੁਕਸਾਨ ਹੋ ਰਿਹਾ, ਪ੍ਰੋਫਿਟ ਲੈਣੀ ਛੱਡ ਦਿਓ। ਅਗਰ ਤੁਸੀਂ 3 ਸਾਲ ਤੱਕ ਜਰ ਜਾਓਗੇ ਤੇ ਉਸ ਤੋਂ ਬਾਅਦ ਜਿਹੜੀ ਪ੍ਰੋਫਿਟ ਤੁਹਾਨੂੰ ਆਏਗੀ ਉਹ ਤੁਹਾਡੀ ਲੌਂਗ ਟਾਈਮ ਚੱਲਦੀ ਜਾਏਗੀ, ਔਰ ਤੁਹਾਡਾ ਫਾਰਮ ਵੀ ਖਤਮ ਨਹੀਂ ਹੋਏਗਾ। ਲੇਕਿਨ ਅਗਰ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਪ੍ਰੋਫਿਟ ਵਾਲੇ ਪਾਸੇ ਨਜ਼ਰ ਰੱਖ ਲੋਗੇ, ਕੋ ਆਇਆ ਜਾਨਵਰ ਸਾਡੇ ਵਾਲੀ ਗਲਤੀ ਕਰੋਗੇ, ਸੇਲ ਕਰਨਾ ਸ਼ੁਰੂ ਕਰ ਦੋਗੇ, ਤੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਗੇ।